ਅੱਜ ਮੈਂ ਗੱਲ ਕਰਨਾ ਚਾਹੁੰਦਾ ਜਿਹੜੀ ਅਪਾਇੰਟਮੈਂਟ ਕੀਤੀ ਗਈ ਆ ਚੀਫ ਸੈਕਟਰੀ ਪੰਜਾਬ ਦੀ, ਜਿੱਥੇ ਉਹ ਸੀਨੀਅਰਿਟੀ ਤੋਂ ਡਿਵੋਇਡ ਆ, ਮੈਰਿਟ ਤੋਂ ਡਿਵੋਇਡ ਆ, ਅਨਫੇਅਰ ਆ, ਅਨਜਸਟ ਆ ਔਰ 5 ਅਫਸਰਾਂ ਨੂੰ ਸੁਪਰਸੀਡ ਕਰਕੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਲਾਇਆ ਪੰਜਾਬ ਦਾ, ਉਹ ਮੈਂ ਸਮਝਦਾ ਕਿ ਇੱਕ ਫਿਰ ਦੁਬਾਰਾ ਉਹਨਾਂ ਨੇ ਰਜਵਾੜੇ ਸ਼ਾਹੀ ਦਾ ਇੱਕ ਫਿਊਡਲ ਲਾਰਡ ਦਾ ਸਬੂਤ ਦਿੱਤਾ ਵਾ। ਅਕਸਰ ਇਸ ਦੇਸ਼ ਵਿੱਚ ਸੰਵਿਧਾਨ ਹੈ, ਸਰਕਾਰ ਦੀ ਕਾਰਜਸ਼ੈਲੀ, ਉਸ ਦੀ ਵਰਕਿੰਗ ਦੇ ਬਕਾਇਦਾ ਤੌਰ ਤੇ ਰੂਲਸ ਤੇ ਰੈਗੂਲੇਸ਼ਨਸ ਤੇ ਨੋਰਮਸ ਬਣਾਏ ਹੋਏ ਨੇ। ਅਗਰ ਇਹ ਨਾ ਹੁੰਦੇ ਤਾਂ ਫਿਰ ਤਾਂ ਮੁੱਖ ਮੰਤਰੀ ਜਿਸ ਨੂੰ ਚਾਹੁੰਦਾ ਕਿਸੇ ਕਲਰਕ ਨੂੰ ਚੱਕ ਕੇ ਲਾ ਦਿੰਦਾ ਚੀਫ ਸੈਕਟਰੀ, ਤੇ ਕਿਸੇ ASI ਨੂੰ ਲਾ ਦਿੰਦਾ ਉਹ DGP ਪੰਜਾਬ ਦਾ। ਇਹਨਾਂ ਨੇ 5 ਅਫਸਰ ਪਹਿਲਾਂ DGP ਲਾਉਣ ਵੇਲੇ ਸੁਪਰਸੀਡ ਕੀਤੇ, 5 ਅਫਸਰਾਂ ਨੂੰ ਹੁਣ ਸੁਪਰਸੀਡ ਕਰਕੇ ਤੇ ਹਸਬੈਂਡ ਐਂਡ ਵਾਈਫ ਨੂੰ, ਇੱਕ ਕਪਲ ਨੂੰ ਪੰਜਾਬ ਦਾ ਚੀਫ ਸੈਕਟਰੀ ਤੇ DGP ਲਾਇਆ ਗਿਆ। ਅਸੂਲਨ ਤੌਰ ਤੇ ਗਲਤ ਹੈ। ਜਦ ਨਿਯੁਕਤੀਆਂ ਹੀ ਬੇਇਨਸਾਫੀ ਦੇ ਆਧਾਰਿਤ ਆ ਤੇ ਫਿਰ ਉਹ ਲੋਕਾਂ ਨੂੰ ਇਨਸਾਫ ਕਿਵੇਂ ਦੇਣਗੇ? ਦੂਸਰਾ ਹੈ ਕਿ ਨੋਰਮਲੀ ਸਿਵਲ ਐਡਮਿਨਿਸਟ੍ਰੇਸ਼ਨ ਦੇ ਕੋਲ ਮੈਜਿਸਟਰੀਅਲ ਪਾਵਰਸ ਨੇ, ਉਹ ਪੁਲਿਸ ਦੇ ਅਫਸਰਸ਼ਾਹੀ ਦੇ ਉੱਤੇ ਇੱਕ ਚੈੱਕ ਐਂਡ ਬੈਲੈਂਸ ਦਾ ਕੰਮ ਕਰਦੇ ਆ। ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ SSPਆਂ ਦੀ ACR ਲਿਖਿਆ ਕਰਦੇ ਸੀਗੇ, ਹਾਲੇ ਵੀ ਲਿਖਦੇ ਨੇ ਰਿਪੋਰਟਸ। ਸਟੇਟ ਪੱਧਰ ਦੇ ਉੱਤੇ ਚੀਫ ਸੈਕਟਰੀ ਜਿਹੜਾ ਉਹ DGP ਦੀ ਨਿਗਰਾਨੀ ਕਰਦਾ ਔਰ ਉਹਦੇ ACR ਲਿਖਣੀ, ਉਹਦੇ ਕੰਡਕਟ ਦੇ ਉੱਤੇ ਟਿੱਪਣੀਆਂ ਕਰਨੀਆਂ, ਉਹਦਾ ਰਿਕਾਰਡ ਤਿਆਰ ਕਰਦਾ ਵਾ। ਹੁਣ ਇੱਕ ਘਰ ਵਿੱਚ DGP ਤੇ ਚੀਫ ਸੈਕਟਰੀ ਰਹਿਣਗੇ, ਕਿ ਮੈਡਮ ਵਿੰਨੀ ਮਹਾਜਨ ਵਿੱਚ ਇੰਨੀ ਜੁਰਤ ਹੋਵੇਗੀ ਕਿ ਉਹ ਆਪਣੇ DGP ਪਤੀ ਦੇ ਖਿਲਾਫ ਕੋਈ ਟਿੱਪਣੀ ਕਰ ਸਕੇ, ਕੋਈ ਐਡਵਰਸ ਕਮੈਂਟ ਕਰ ਸਕੇ, ਕੋਈ ਐਡਵਰਸ ਰਿਪੋਰਟ ਦੇ ਸਕੇ? ਆ DGP ਨੇ ਪਿੱਛੇ ਜੇ ਕਰਤਾਰਪੁਰ ਸਾਹਿਬ ਦੀ ਕੋਰੀਡੋਰ ਦੀ ਤੋਹੀਨ ਕੀਤੀ ਕਿ ਜਿਹੜੇ ਸਿੱਖ ਸ਼ਰਧਾਲੂ ਜਾਂਦੇ ਨੇ ਪਾਕਿਸਤਾਨ, ਉੱਥੋਂ ਅੱਤਵਾਦੀ ਬਣ ਕੇ ਆ ਜਾਂਦੇ ਨੇ। ਕਿ ਵਿੰਨੀ ਮਹਾਜਨ ਵਿੱਚ ਹਿੰਮਤ ਹੋਵੇਗੀ ਕਿ ਉਹ ਆਪਣੇ ਘਰ ਵਾਲੇ ਦੇ ਖਿਲਾਫ ਲਿਖਤੀ ਤੌਰ ਤੇ ਮੈਟਰ ਔਨ ਰਿਕਾਰਡ ਲਿਆਵੇ? ਇਸ ਤਰ੍ਹਾਂ ਦੀ ਜਿਹੜੀ ਅਪਾਇੰਟਮੈਂਟ ਆ, ਇਸ ਨੇ ਜਿਹੜੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਆ, ਇਹਨਾਂ ਵਿੱਚ ਹਾਰਟਬਰਨ ਪੈਦਾ ਕੀਤਾ ਵਾ। ਇਹਨਾਂ ਵਿੱਚ ਡਿਮੋਰਲਾਈਜ਼ ਕੀਤਾ ਗਿਆ ਸਾਰੇ ਅੱਛੇ ਯੋਗ ਅਫਸਰਾਂ ਨੂੰ। ਪਹਿਲਾਂ DGP ਦੀ ਅਪਾਇੰਟਮੈਂਟ ਚੈਲੰਜ ਹੋਈ, ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਨੇ ਉਸ ਨੂੰ ਸਟੇ ਕਰ ਦਿੱਤਾ। ਕੈਪਟਨ ਸਾਹਿਬ ਨੇ ਉਲਝਾਉਂਦਿਆਂ ਹੋਇਆਂ ਹੋਰ ਲਿਟੀਗੇਸ਼ਨ ਪੈਦਾ ਕਰਕੇ ਹਾਈ ਕੋਰਟ ਵਿੱਚ ਮਾਮਲਾ ਉਹ ਅੱਜ ਲਟਕ ਰਿਹਾ ਵਾ। ਸੁਭਾਵਕ ਹੈ ਕਿ ਜਦੋਂ 5 ਅਫਸਰ ਸੁਪਰਸੀਡ ਹੋਣਗੇ ਸਿਵਲ ਸਾਈਡ ਤੇ, ਉਹ ਦੁਬਾਰਾ ਫਿਰ ਕੈਟ ਵਿੱਚ ਵੀ ਜਾਣਗੇ ਤੇ ਹਾਈ ਕੋਰਟ ਵੀ ਜਾਣਗੇ ਤੇ ਮਾਮਲਾ ਸੁਪਰੀਮ ਕੋਰਟ ਵਿੱਚ ਵੀ ਜਾਵੇਗਾ। ਇਹਦਾ ਮਤਲਬ ਤੁਸੀਂ ਸਟੇਟ ਲਿਟੀਗੇਸ਼ਨ ਪੈਦਾ ਕਰ ਰਹੀ। ਔਰ ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ ਕਿ ਤੁਸੀਂ ਆਪਣਾ ਇੱਕ ਚੁਣ ਕੇ ਬੰਦਾ DGP ਲਾਇਆ, ਦਿਨਕਰ ਗੁਪਤਾ। ਮੇਰੇ ਖਿਆਲ 1 ਸਾਲ ਤੋਂ ਜ਼ਿਆਦਾ ਅਪਾਇੰਟਮੈਂਟ ਹੋ ਗਈ। ਕੋਈ ਵਿਸ਼ੇਸ਼ ਪ੍ਰਾਪਤੀ ਹੈ DGP ਦਿਨਕਰ ਗੁਪਤਾ ਦੀ, ਜਿਹੜਾ ਕਿ ਉਹ ਬਾਕੀ ਦੇ 5 ਅਫਸਰ ਨਹੀਂ ਸੀ ਕਰ ਸਕਦੇ? ਵੀ ਦਿਨਕਰ ਗੁਪਤਾ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬਿਲਕੁਲ 100% ਕਰੈਕਟ ਕਰਤਾ, ਕ੍ਰਾਈਮ ਖਤਮ ਕਰਤਾ, ਨਸ਼ੇ ਖਤਮ ਹੋ ਗਏ, ਡਕੈਤੀਆਂ ਖਤਮ ਹੋ ਗਈਆਂ, ਰੇਪ ਦੇ ਕੇਸ ਖਤਮ ਹੋ ਗਏ, ਪੁਲਿਸ ਜ਼ਿਆਦਤੀਆਂ ਖਤਮ ਹੋ ਗਈਆਂ। ਉਲਟਾ ਆ ਜਿਹੜਾ ਕਦਮ ਹੈ ਕੈਪਟਨ ਅਮਰਿੰਦਰ ਸਿੰਘ ਦਾ, ਇਹ ਪੁਲਿਸ ਸਟੇਟ ਵੱਲ ਨੂੰ ਇੱਕ ਹੋਰ ਵੱਡਾ ਕਦਮ ਪੁੱਟਿਆ ਉਹਨਾਂ ਨੇ। ਜਦ ਪੁਲਿਸ ਦੇ ਮੁਖੀ, ਜਿਹਦੇ ਤੇ ਹੁਣੇ ਹਾਲ 'ਚ ਇਲਜ਼ਾਮ ਲੱਗੇ ਕਿ ਦਰਬਾਰ ਸਾਹਿਬ ਦਾ ਜਿਹੜਾ 6 ਜੂਨ ਦਾ ਇੱਕ ਬਰਸੀ ਦਾ ਸਮਾਗਮ ਹੁੰਦਾ, ਹਰ ਸਾਲ ਹੁੰਦਾ, ਇੰਨਾ ਕੁ ਤਾਂ ਅਧਿਕਾਰ ਹੈਗਾ ਕਿ ਦਰਬਾਰ ਸਾਹਿਬ ਵਿੱਚ ਇਕੱਠੇ ਹੋ ਕੇ ਲੋਕ 36 ਸਾਲ ਪਹਿਲਾਂ ਕੀਤੀ ਹੋਈ ਜ਼ਿਆਦਤੀਆਂ ਤੇ ਬੇਇਨਸਾਫੀਆਂ ਦੇ ਖਿਲਾਫ ਆਪਣੀ ਗੱਲ ਕਹਿ ਸਕਣ। ਇਸ ਵਾਰ ਉਹ ਵੀ ਨਹੀਂ ਕਹਿਣ ਦਿੱਤੀ ਗਈ, ਰੋਕਿਆ ਗਿਆ, ਤੋਹੀਨ ਕੀਤੀ ਗਈ, ਧੱਕੇ ਮਾਰੇ ਪੁਲਿਸ ਨੇ, ਤੇ ਪੁਲਿਸ ਨੂੰ ਰਿਵਾਰਡ ਕਰਕੇ DGP ਨੂੰ, ਉਹਦੀ ਘਰਵਾਲੀ ਨੂੰ ਪੰਜਾਬ ਦੇ ਵਿੱਚ ਚੀਫ ਸੈਕਟਰੀ ਲਾਇਆ ਗਿਆ ਕੈਪਟਨ ਸਾਹਿਬ ਵੱਲੋਂ। ਇਸ ਦੇ ਨਾਲ ਮੈਂ ਕਹਿਣਾ ਚਾਹੁੰਦਾ, ਕੈਪਟਨ ਅਮਰਿੰਦਰ ਸਿੰਘ ਦੀ ਇੱਕ, ਮੈਂ ਵੈਸੇ ਕਿਸੇ ਧਰਮ ਤੇ ਜ਼ਾਤ ਪਾਤ ਦੀ ਗੱਲ ਨਹੀਂ ਕਰਦਾ, ਪਰ ਜੇ ਪੰਜਾਬ ਦੇ ਵਿੱਚ ਪੰਜਾਬੀਆਂ ਤੇ ਸਿੱਖਾਂ ਦੀ ਗੱਲ ਨਹੀਂ ਹੋਵੇਗੀ, ਉੱਥੇ ਅਫਸਰਾਂ ਨੂੰ ਕੰਮ ਕਰਨ ਦਾ ਆਪਣਾ ਮੌਕਾ ਨਹੀਂ ਮਿਲੇਗਾ, ਆਪਣੀ ਇਮਾਨਦਾਰੀ ਨਾਲ ਪੰਜਾਬ ਦੇ ਪ੍ਰਤੀ ਸੇਵਾਵਾਂ ਨਹੀਂ ਕਰਨ ਦਾ ਮੌਕਾ ਮਿਲੇਗਾ, ਤੇ ਸਿੱਖ ਜਿਹੜੇ ਨੇ ਉਹ ਕਿੱਥੇ ਹੋਰ ਸੇਵਾ ਕਰਨਗੇ? ਸਿੱਖ ਅਫਸਰ, ਐਮੀਨੈਂਟ ਸਿੱਖ ਪਰਸਨੈਲਿਟੀਜ਼, ਜਿਹੜੇ ਜਿੰਨੇ ਕਮਿਸ਼ਨ ਬਣਾਏ ਜਾ ਰਹੇ ਨੇ ਅਮਰਿੰਦਰ ਸਿੰਘ ਵੱਲੋਂ, ਸਾਰੇ ਅਫਸਰ ਲਾਏ ਜਾ ਰਹੇ ਨੇ ਔਰ ਗੈਰ ਪੰਜਾਬੀ ਤੇ ਗੈਰ ਸਿੱਖ ਲਾਏ ਜਾ ਰਹੇ ਨੇ। ਕੀ ਸਿੱਖ ਇਸ ਦੇਸ਼ ਦੇ ਵਿੱਚ ਤਮਿਲਨਾਡੂ ਵਿੱਚ ਜਾ ਕੇ ਆਪਣੀਆਂ ਐਸਪੀਰੇਸ਼ਨਸ
ਆਪਣੀਆਂ ਭਾਵਨਾਵਾਂ ਦੀ ਪੂਰਤੀ ਕਰਨਗੇ। ਮੈਂ ਇਕੱਲੇ 2 ਅਹੁਦੇ ਨਹੀਂ ਗਿਣਾ ਰਿਹਾ, ਮੈਂ ਤੁਹਾਨੂੰ 10 ਅਹੁਦੇ ਗਿਣਾਉਣਾ ਚਾਹੁੰਦਾ ਜਿਹਦੇ ਤੇ ਇਸ ਵਕਤ ਨੌਨ ਪੰਜਾਬੀ ਤੇ ਨੌਨ ਸਿੱਖ ਤੈਨਾਤ ਕੀਤੇ ਅਮਰਿੰਦਰ ਸਿੰਘ ਨੇ ਪਿਛਲੇ 3 ਸਾਲਾਂ ਵਿੱਚ। ਉਹਨਾਂ ਵਿੱਚ ਸਭ ਤੋਂ ਪਹਿਲਾਂ ਐਡਵੋਕੇਟ ਜਨਰਲ, ਭਾਵੇਂ ਕਿ ਉਹ ਪੰਜਾਬੀ ਆ ਪਰ ਦਿੱਲੀ ਦਾ ਰਹਿਣ ਵਾਲਾ ਵਾ, ਉਹਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂਗਾ, ਨੌਨ ਸਿੱਖ ਹੈ। ਲੋਕਪਾਲ, ਇੱਕ ਜੱਜ ਲੱਭ ਕੇ ਲਿਆਂਦਾ ਜਿਹੜਾ ਕਿ ਗੈਰ ਸਿੱਖ ਹੈ। ਇਹਦੇ ਪੰਜਾਬ ਦੇ ਵਿੱਚ ਕੋਈ ਰਿਟਾਇਰਡ ਅੱਛਾ ਐਮੀਨੈਂਟ ਸਿੱਖ ਜੱਜ ਨਹੀਂ ਲੱਭਿਆ ਇਹਨਾਂ ਨੂੰ ਜਿਹੜਾ ਲਾਇਆ ਜਾ। ਔਰ ਸ਼ਾਇਦ ਪਹਿਲੀ ਵਾਰੀ ਹੋਵੇਗਾ ਅਮਰਿੰਦਰ ਸਿੰਘ ਦੇ ਰਾਜ ਵਿੱਚ ਕਿ ਪੰਜਾਬ ਵਿੱਚ ਦੋਨੋਂ ਟੌਪ ਪੋਜੀਸ਼ਨਸ ਗੈਰ ਸਿੱਖਾਂ ਦੇ ਕੋਲ ਹੈ। ਡੀਜੀਪੀ ਵੀ ਗੈਰ ਸਿੱਖ ਹੈ ਤੇ ਮੁੱਖ ਸਕੱਤਰ ਵੀ ਪੰਜਾਬ ਦੇ ਵਿੱਚ ਗੈਰ ਸਿੱਖ ਹੈ। ਇਸੇ ਤਰ੍ਹਾਂ ਹੀ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਜਿਹੜੇ ਮਗਰਲੇ ਅਫਸਰ ਸੀ ਸੁਰੇਸ਼ ਅਰੋੜਾ ਜੀ, ਉਹਨਾਂ ਨੂੰ ਅਵਾਰਡ ਕੀਤਾ, ਉਹਨਾਂ ਨੂੰ ਇਨਾਮ ਦਿੱਤਾ ਗਿਆ ਬਤੌਰ ਡੀਜੀਪੀ ਦੇ ਇਹਨਾਂ ਦੇ ਆਖੇ ਲੱਗਣ ਦੇ ਕੰਮ-ਕੁਮ ਕਰਨ ਦੇ। ਹਿਊਮਨ ਰਾਈਟਸ ਕਮਿਸ਼ਨ ਦੇ ਜਸਟਿਸ ਅੰਸਾਰੀ, ਪੰਜਾਬ ਨਾਲ ਕੋਈ ਤਾਲੁਕ ਨਹੀਂਗਾ। ਇਸੇ ਤਰ੍ਹਾਂ ਸਟੇਟ ਇਲੈਕਸ਼ਨ ਕਮਿਸ਼ਨ ਜਿਹੜੇ ਚੋਣਾਂ ਕੰਡਕਟ ਕਰਨੀਆਂ ਗੈਰ ਸਿੱਖ ਨੇ। ਔਰਤਾਂ ਦਾ ਕਮਿਸ਼ਨ ਗੈਰ ਸਿੱਖ ਹੈ। ਕਿਸਾਨਾਂ ਦਾ ਕਮਿਸ਼ਨ, ਫਾਰਮਰਸ ਕਮਿਸ਼ਨ, ਇੱਕ ਗੈਰ ਸਿੱਖ ਹੈ, ਨੌਨ ਸਿੱਖ ਹੈ। ਔਰ ਸਟੇਟ ਫੂਡ ਕਮਿਸ਼ਨ ਜਿਹੜੀ ਹੁਣੇ ਹੀ ਕੌਂਸਟੀਟਿਊਸ਼ਨਲ ਅਥਾਰਟੀ ਨਵੀਂ ਕ੍ਰੀਏਟ ਕੀਤੀ ਗਈ ਪੰਜਾਬ 'ਚ, ਉਹਦੇ ਵਿੱਚ ਵੀ ਇੱਕ ਰਿਟਾਇਰਡ ਅਫਸਰ ਮਿਸਟਰ ਰੈਡੀ ਨੂੰ, ਇਹਨਾਂ ਨੂੰ ਕੋਈ ਪੰਜਾਬ ਦੇ ਵਿੱਚੋਂ ਚੰਗਾ ਆਦਮੀ 3.25 ਕਰੋੜ ਆਬਾਦੀ 'ਚੋਂ ਬੰਦਾ ਨਹੀਂ ਲੱਭਿਆ ਕੋਈ ਵੀ ਜਿਸ ਨੂੰ ਉਹ ਫੂਡ ਕਮਿਸ਼ਨ ਦਾ ਚੇਅਰਮੈਨ ਲਾ ਸਕਣ, ਤਾਂ ਕਿ ਪੰਜਾਬ ਵਿੱਚ ਪਿਲਫਰੇਜ, ਚੋਰ ਬਾਜ਼ਾਰੀ, ਮਿਲਾਵਟਖੋਰੀ ਖਤਮ ਕੀਤੀ ਜਾ ਸਕੇ। ਬਾਹਰਲਿਆਂ ਤੋਂ ਪਤਾ ਹੀ ਨਹੀਂ ਹੁੰਦਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ। 22 ਜ਼ਿਲ੍ਹਿਆਂ ਦੇ ਡੀਸੀਆਂ 'ਚੋਂ 15 ਡੀਸੀ ਇਸ ਵਕਤ ਗੈਰ ਸਿੱਖ ਨੇ। ਫਿਰ ਮੈਨੂੰ ਦੱਸੋ ਕਿ ਜੇ ਪੰਜਾਬੀ ਸੂਬਾ ਬਣਿਆ ਕਾਹਦੇ ਵਾਸਤੇ ਸੀਗਾ? ਪੰਜਾਬੀ ਸੂਬਾ ਮੋਰਚਾ ਇਸ ਲਈ ਲਾਇਆ ਗਿਆ ਸੀਗਾ ਕਿ ਇਸ ਦੇਸ਼ ਦੇ ਇਸ ਹਿੱਸੇ ਦੇ ਵਿੱਚ ਘੱਟ ਗਿਣਤੀ ਸਿੱਖ ਵੀ ਆਪਣੀਆਂ ਭਾਵਨਾਵਾਂ ਦੀ ਪੂਰਤੀ ਕਰ ਸਕਣ, ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਆਹ ਪੰਜਾਬ ਦੇ ਵਿੱਚ ਇਸ ਵਕਤ ਹੋ ਰਿਹਾ। ਸੁਖਬੀਰ ਸਿੰਘ ਬਾਦਲ ਕਿੱਥੇ ਨੇ ਜਿਹੜੇ ਕਹਿੰਦੇ ਅਸੀਂ ਸਿੱਖਾਂ ਦੇ ਪੈਰੋਕਾਰ ਆ, ਅਸੀਂ ਚੈਂਪੀਅਨ ਆ, ਘੱਟ ਗਿਣਤੀਆਂ ਨਾਲ ਬੜਾ ਵੱਡਾ ਧੋਖਾ ਹੋ ਰਿਹਾ। ਮਹਿਜ਼ ਬਿਆਨਬਾਜ਼ੀ ਕਰਦੇ ਨੇ, ਕੋਈ ਟਿੱਪਣੀ ਨਹੀਂ, ਕੋਈ ਵਿਰੋਧ ਨਹੀਂ। 3 ਸਾਲਾਂ ਤੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਇੰਪੋਰਟੈਂਟ ਅਸਾਈਨਮੈਂਟਸ, ਇੰਪੋਰਟੈਂਟ ਅਹੁਦੇ ਇਹਨਾਂ ਦੇ ਉੱਤੇ ਗੈਰ ਪੰਜਾਬੀ ਤੇ ਗੈਰ ਸਿੱਖਾਂ ਨੂੰ ਲਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਮੂੰਹੋਂ ਇੱਕ ਲਫ਼ਜ਼ ਨਹੀਂ ਨਿਕਲਿਆ ਅੱਜ ਤੱਕ। ਇਹਦਾ ਮਤਲਬ ਆ ਕਿ ਉਹ ਬੀਜੇਪੀ ਦੀ ਇੱਕ ਬੀ ਟੀਮ ਵਜੋਂ ਉਹਨਾਂ ਦੇ ਆਦੇਸ਼ਾਂ 'ਤੇ ਕੰਮ ਕਰ ਰਹੇ ਨੇ। ਔਰ ਇੱਥੇ ਇਹ ਵੀ ਕਹਿਣਾ ਵਾਜਬ ਹੈ ਕਿ ਇਹ ਜਿਹੜੀਆਂ ਅਪਾਇੰਟਮੈਂਟਸ ਕਿਤੇ ਨਾ ਕਿਤੇ ਦਿੱਲੀ ਵੱਲੋਂ ਕੀਤੀਆਂ ਜਾ ਰਹੀਆਂ ਨੇ। ਦਿਨਕਰ ਗੁਪਤਾ ਵਾਸ ਦ ਚੋਇਸ ਆਫ ਮਿਸਟਰ ਅਜੀਤ ਡੋਵਾਲ, ਦ ਪ੍ਰਾਈਮ ਮਿਨਿਸਟਰਸ ਆਫਿਸ। ਮੋਸਟਲੀ ਜਿਹੜੀ ਉੱਪਰਲੀ ਹਾਇਰਾਰਕੀ ਆ ਦਿੱਲੀ ਤੇ ਪੰਜਾਬ ਦੇ ਅਫਸਰਸ਼ਾਹੀ, ਉਹ ਸਾਰੀ ਇਹ ਗੱਲ ਜਾਣਦੀ ਆ। ਜਿਹੜੀ ਡੀਪ ਸਟੇਟ ਆ, ਜਿਹੜੀ ਡੀਪ ਸਟੇਟ ਦਾ ਰਵੱਈਆ ਪੰਜਾਬ ਦੇ ਪ੍ਰਤੀ ਆ, ਕਿਉਂਕਿ ਬਾਰਡਰ ਸਟੇਟ ਆ, ਇਹੋ ਜਿਹੀਆਂ ਅਹਿਮ ਅਪਾਇੰਟਮੈਂਟਸ ਉੱਥੋਂ ਕੀਤੀਆਂ ਜਾ ਰਹੀਆਂ। ਔਰ ਹੁਣ ਉਸ ਦੀ ਘਰਵਾਲੀ ਨੂੰ ਪੰਜਾਬ ਦਾ ਚੀਫ ਸੈਕਟਰੀ ਲਾ ਕੇ ਮੈਂ ਸਮਝਦਾ ਕਿ ਪੰਜਾਬ ਦੇ ਅਫਸਰਾਂ ਨਾਲ ਵਿਤਕਰਾ, ਬੇਇਨਸਾਫੀ, ਧੱਕੇਸ਼ਾਹੀ, ਜੋ ਵੀ ਲਫ਼ਜ਼ ਕਹਿ ਸਕਦੇ ਉਹ ਕੀਤੇ ਜਾ ਰਹੇ ਨੇ। ਇਹ ਸਾਰਾ ਜਿਹੜਾ ਅਪਾਇੰਟਮੈਂਟਸ ਦਾ ਕੰਮ ਹੈ ਕੈਪਟਨ ਸਾਹਿਬ ਦਾ, ਇਹ ਸਾਫ਼ ਦਰਸਾਉਂਦਾ ਕਿ ਉਹਨਾਂ ਨੂੰ ਆਪਣੇ ਮੰਤਰੀਆਂ ਤੱਕ ਦੀ ਕਦਰ ਨਹੀਂ ਕੋਈ। ਪਿੱਛੇ ਮਿਨਿਸਟਰਸ ਨੇ ਚੀਫ ਸੈਕਟਰੀ ਦੇ ਖਿਲਾਫ, ਐਮਐਲਏ ਕਾਂਗਰਸ ਨੇ ਇਹ ਕਿਹਾ ਸੀਗਾ ਕਿ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਪੁੱਛ-ਗਿੱਛ ਨਹੀਂ ਗੀ, ਕੋਈ ਸੁਣਵਾਈ ਨਹੀਂ ਗੀ। ਕੈਪਟਨ ਅਮਰਿੰਦਰ ਸਿੰਘ ਨੇ ਬਿਊਰੋਕ੍ਰੇਸੀ ਨੂੰ ਹੋਰ ਸਟਰੈਂਥਨ ਕਰਕੇ ਇੱਕ ਘਰ ਦੇ ਵਿੱਚ ਇੱਕ ਛੱਤ ਦੇ ਥੱਲੇ ਡੀਜੀਪੀ ਤੇ ਚੀਫ ਸੈਕਟਰੀ ਨੂੰ ਲਾ ਕੇ ਮੰਤਰੀਆਂ ਤੇ ਕਾਂਗਰਸ ਦੇ ਐਮਐਲਏਆਂ ਦੇ ਮੂੰਹ ਤੇ ਚਪੇੜ ਮਾਰੀ ਆ। ਹੁਣ ਦੇਖਣਾ ਹੋਵੇਗਾ ਕਿ ਉਹ ਕੀ ਚੁਣੇ ਹੋਏ ਨੁਮਾਇੰਦੇ ਵਜੋਂ ਆਪਣਾ ਕੋਈ ਵਿਰੋਧ ਦਰਜ ਕਰਵਾਉਂਦੇ ਨੇ ਕਿ ਉਸੇ ਤਨਖਾਹ ਤੇ ਕੰਮ ਕਰਨ। ਇੱਕ ਮਸਲਾ ਮੇਰਾ ਇਹ ਸੀਗਾ। ਦੂਸਰਾ, ਆਰਡੀਨੈਂਸਸ ਪਾਸ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਨੇ ਆਲ ਪਾਰਟੀ ਮੀਟਿੰਗ ਸੱਦੀ, ਉਹਦੇ 'ਚੋਂ ਕੱਖ ਵੀ ਨਹੀਂ ਨਿਕਲਿਆ। ਪਹਿਲੀ ਗੱਲ ਤਾਂ ਤੁਸੀਂ 10 ਬੰਦਿਆਂ ਦੀ ਮੀਟਿੰਗ ਫਿਜ਼ੀਕਲ ਪ੍ਰੈਜ਼ੈਂਸ ਨਹੀਂ ਸੱਦ ਸਕਦੇ, ਵੀਡੀਓ ਕਾਨਫਰੰਸਿੰਗ ਹੋ ਰਹੀ ਚੰਡੀਗੜ੍ਹ ਦੇ ਵਿੱਚ ਬੈਠ ਕੇ। ਔਰ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਦਾ ਦੋਗਲਾ ਚਿਹਰਾ ਬੇਨਕਾਬ ਹੋਇਆ ਵਾ। ਪਹਿਲਾਂ ਜਦੋਂ ਆਰਡੀਨੈਂਸ ਪਾਸ ਹੋਏ
ਇਹਨਾਂ ਨੇ ਫੈਡਰਲ ਢਾਂਚੇ ਦੇ ਉੱਤੇ ਵੱਡਾ ਹਮਲਾ ਕਰਾਰ ਕੀਤਾ। MSP ਦੀ ਪ੍ਰਕਿਰਿਆ ਖਤਮ ਕਰਨ ਤੇ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਤੇ ਹੁਣ ਅਸਲ ਵਿੱਚ ਨਿਚੋੜ ਜਿਹੜਾ ਵਾ ਕਿ BJP ਵੱਲੋਂ ਦਬਕਾ ਵੱਜਿਆ ਤੇ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਤਿੰਨੇ ਆਰਡੀਨੈਂਸ ਨੂੰ ਦੁਰਸਤ ਕਰਾਉਣ ਦੇਣ ਦੇ ਆ ਗਏ ਨੇ। ਲਫ਼ਜ਼ਾਂ ਦਾ ਹੇਰ-ਫੇਰ ਕਰ ਸਕਦੇ ਨੇ ਕਿ ਅਸੀਂ ਉਹਦੇ ਵਿੱਚੋਂ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਗਏ, ਪਰ ਅਲਟੀਮੇਟਲੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਘੱਟ ਗਿਣਤੀਆਂ ਤੇ ਵੱਧ ਅਧਿਕਾਰਾਂ ਦੀਆਂ ਮੰਗਾਂ ਤੇ ਪੰਜਾਬ ਸੂਬੇ ਦੇ ਤੇ ਕਿਸਾਨਾਂ ਦੇ ਮਫਾਦਾਂ ਨੂੰ ਮੱਦੇਨਜ਼ਰ ਰੱਖ ਕੇ ਗੋਡੇ ਟੇਕੇ ਨੇ BJP ਦੇ ਸਾਹਮਣੇ, ਔਰ ਸਿਰਫ ਤੇ ਸਿਰਫ ਆਪਣੀ ਧਰਮ ਪਤਨੀ ਨੂੰ ਹਰਸਿਮਰਤ ਕੌਰ ਬਾਦਲ ਨੂੰ ਉੱਥੇ ਮਿਨਿਸਟਰ ਬਣਾਉਣ ਵਾਸਤੇ ਤੇ ਆਗਾਮੀ ਇਲੈਕਸ਼ਨਾਂ BJP ਦੇ ਨਾਲ ਭਾਈਵਾਲ ਵਜੋਂ ਲੜਨ ਦੇ ਲਾਲਚ ਦੇ ਨਾਲ ਉਹ ਹਰ ਪੰਜਾਬ ਦੇ ਮੁੱਦੇ ਦੇ ਉੱਤੇ ਕੰਪਰੋਮਾਈਜ਼ ਕਰ ਰਹੇ ਨੇ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸਾਡੀ ਇਹ ਪੰਜਾਬ ਦੇ ਲੋਕਾਂ ਵੱਲੋਂ ਅਪੀਲ ਆ ਕਿ ਆ ਜਿਹੜੇ 10 ਅਹੁਦੇ ਤੁਹਾਨੂੰ ਗਿਣਾਏ ਨੇ ਇਹਨਾਂ ਸਾਰੀਆਂ ਤੇ ਨਜ਼ਰਸਾਨੀ ਕਰੋ ਚੰਗੀ ਤਰ੍ਹਾਂ ਨਾਲ, ਔਰ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਮੂਕ ਦਰਸ਼ਕ ਬਣ ਕੇ ਬੈਠੀਆਂ ਨੇ, ਤੁਹਾਨੂੰ ਸਾਰਿਆਂ ਨੂੰ ਇਹ ਹੈਗਾ ਕਿ ਇਸ ਗੱਲ ਦੇ ਉੱਤੇ ਨਿੱਤਰ ਕੇ ਆਪਣਾ ਪੱਖ ਜਿਹੜਾ ਸਾਫ਼ ਕਰੋ। ਮੈਂ ਕੋਈ ਧਰਮ ਤੋਂ ਪ੍ਰੇਰਿਤ ਹੋ ਕੇ ਗੱਲ ਨਹੀਂ ਕਰ ਰਿਹਾ, ਪਰ ਮੇਰੀ ਇੱਕ ਗੱਲ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਜੇ ਪੰਜਾਬ ਦੇ ਰਹਿਣ ਵਾਲੇ ਅਫਸਰਾਂ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਮਾਣ ਸਤਿਕਾਰ ਨਹੀਂ ਹੋਣਾ, ਉਹਨਾਂ ਦੀ ਤੋਹੀਨ ਹੋਣੀ ਆ, ਔਰ ਅੱਛੇ ਡਿਜ਼ਰਵਿੰਗ ਅਫਸਰਾਂ ਨੂੰ ਬਾਈਪਾਸ ਕਰਕੇ ਤੇ 5-5 ਅਫਸਰਾਂ ਨੂੰ ਸੁਪਰਸੀਡ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇੱਦਾਂ ਅਫਸਰ ਚੁਣ ਕੇ ਲਾਉਣੇ ਨੇ, ਤਾਂ ਫਿਰ ਮੈਂ ਸਮਝਦਾ ਵਾਂ ਕਿ ਇਹ ਅੱਜ ਦੀ ਡੇਟ ਵਿੱਚ ਹੈ ਤਾਂ ਜਮਹੂਰੀਅਤ, ਪੜਦਾ ਇਸ ਦੇ ਉੱਤੇ ਜਮਹੂਰੀਅਤ ਦਾ ਦਿੱਤਾ ਜਾ ਰਿਹਾ ਵਾ, ਲੇਕਿਨ ਅਲਟੀਮੇਟਲੀ ਤਾਨਾਸ਼ਾਹੀ, ਰਜਵਾੜੇਸ਼ਾਹੀ ਤੇ ਫਿਊਡਲਿਜ਼ਮ ਦਾ ਰਾਜ ਪੰਜਾਬ ਵਿੱਚ ਨਜ਼ਰ ਆ। ਧੰਨਵਾਦ ਜੀ। ਦੇਖੋ, ਮੈਂ ਸਮਝਦਾ ਕਿ ਜਿਹੜੇ 5 ਆਫਿਸਰਸ ਨੇ ਉਹ ਸਾਰੇ ਹੀ ਪੰਜਾਬ ਦੇ ਸੀਨੀਅਰ ਮੋਸਟ IAS ਆਫਿਸਰਸ ਨੇ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਜੇ ਨਾਮ ਨਾ ਲਵਾਂ ਤੇ ਸਾਰੇ ਬੜੇ ਕੰਪੀਟੈਂਟ ਨੇ। ਕਿਸੇ ਦੇ ਖਿਲਾਫ ਜਾਂ ਤਾਂ ਹੋਵੇ ਨਾ ਕਿ ਚਾਰਜ ਸ਼ੀਟ ਆ, ਕੋਈ ਇਲਜ਼ਾਮ ਨੇ, ਕੋਈ ਕਰਪਸ਼ਨ ਦੇ ਇਲਜ਼ਾਮ ਨੇ, ਉਹਨਾਂ ਨੂੰ ਤਾਂ ਤੁਸੀਂ ਸਾਈਡਲਾਈਨ ਕਰ ਸਕਦੇ ਹੋ ਅਪਾਇੰਟਮੈਂਟ ਕਰਨ ਲੱਗੇ, ਪਰ ਬਿਨਾਂ ਵਜ੍ਹਾ ਸੁਪਰਸੀਡ ਕਰ ਦੇਣਾ ਕਿਉਂਕਿ ਸਿਰਫ ਮੈਨੂੰ ਫਲਾਨਾ ਅਫਸਰ ਅੱਛਾ ਲੱਗਦਾ ਵਾ, ਇਹ ਕੋਈ ਤਰਕ ਨਹੀਂ ਹੈ। ਔਰ ਮੈਂ ਸਮਝਦਾ ਕਿ ਇਹਨਾਂ ਵਿੱਚੋਂ ਘੱਟੋ ਘੱਟ ਜਿੱਥੋਂ ਤੱਕ ਮੇਰੀ ਨਿਗਾਹ ਜਾਂਦੀ ਆ, ਆਈ ਥਿੰਕ KBS ਸਿੱਧੂ ਵਾਜ਼ ਦੀ ਸੀਨੀਅਰ ਮੋਸਟ ਆਫਿਸਰ। ਤੇ ਅਗਰ ਇੱਕ ਸਿੱਖ ਨੂੰ ਚੀਫ ਸੈਕਟਰੀ, ਕਿਉਂਕਿ ਇੱਕ ਨੌਨ ਸਿੱਖ DGP ਆ, ਅਗਰ ਇੱਕ ਸਿੱਖ ਨੂੰ ਚੀਫ ਸੈਕਟਰੀ ਸਾਲ 1.5 ਸਾਲ ਦੀ ਉਹਨਾਂ ਦੀ ਟੈਨਿਓਰ ਸ਼ਾਇਦ ਬਕਾਇਆ ਵਾ 2021 ਤੱਕ, ਅਗਰ ਉਸ ਨੂੰ ਲਾ ਦਿੱਤਾ ਜਾਂਦਾ ਤਾਂ ਕੋਈ ਗਲਤ ਗੱਲ ਨਹੀਂ ਸੀ ਹੋਣੀ। ਪੰਜਾਬੀਅਤ ਵੀ ਇੰਪੋਰਟੈਂਟ ਆ, ਪਰ ਇਸ ਦੇਸ਼ ਵਿੱਚ ਮਾਈਨੋਰਿਟੀ ਵਜੋਂ ਸਿੱਖਾਂ ਦੇ ਵੀ ਕੋਈ ਅਧਿਕਾਰ ਤੇ ਹਕੂਕ ਨੇ, ਉਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂਗਾ। ਮੈਂ ਕਿਸੇ ਹੋਰ ਵਰਗ ਧਰਮ ਦੇ ਉਲਟ ਨਹੀਂਗਾ। ਜਾਂ ਤਾਂ 100% ਸੀਨੀਅਰਿਟੀ ਨੂੰ ਲੈ ਕੇ ਅਪਾਇੰਟਮੈਂਟਸ ਕੀਤੀਆਂ ਜਾਣ ਤਾਂ ਕੋਈ ਹਾਰਟਬਰਨ ਨਹੀਂਗਾ। ਜਦੋਂ ਤੁਸੀਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ 5ਵੇਂ ਥਾਂ ਤੋਂ 6ਵੇਂ ਥਾਂ ਤੋਂ ਚੱਕ ਕੇ ਲਾਉਨੇ ਹੋ ਤਾਂ ਫਿਰ ਹਰ ਕਿਸਮ ਦੇ ਸਵਾਲ ਇਹਨਾਂ ਗੱਲਾਂ ਦੇ ਉੱਤੇ ਖੜੇ ਕੀਤੇ ਜਾ ਸਕਦੇ। ਹੋਰ ਵੱਡਾ ਮਸਲਾ ਸੀ ਸ਼ਰਾਬ ਮਾਫੀਏ ਜੋ ਸਮਾਂ ਨਿਕਲ ਕੇ ਸਾਹਮਣੇ ਆਇਆ ਸੀ 650 ਕਰੋੜ ਦੇ ਘੁਟਾਲੇ ਦਾ। ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਆ ਕਹਿ ਸਕਦੇ ਹਾਂ ਕਿ ਬਦਲੀ ਹੋਈ ਹੈ, ਟ੍ਰਾਂਸਫਰ ਹੋਈ ਹੈ, ਉਹਦੇ ਨਾਲ ਉਹ ਘੁਟਾਲਾ ਜਿਹੜਾ ਉਹ ਸ਼ਾਂਤ ਹੋ ਜਾਊਗਾ? ਉਸਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸਪਸ਼ਟੀਕਰਨ ਦੇਣ ਦੀ ਲੋੜ ਹੈ ਕਿ ਆਖਿਰ ਜਿਹੜੇ ਕਰਨ ਅਵਤਾਰ ਸਿੰਘ ਦੇ ਉੱਪਰ ਆਰੋਪ ਲੱਗੇ ਸੀ ਉਹਨਾਂ ਦੀ ਅਸਲ ਸੱਚਾਈ ਕੀ ਸੀ? ਨਹੀਂ, ਦੇਖੋ, ਅੱਜ ਤੱਕ ਜਿਹੜੇ ਚੀਫ ਸੈਕਟਰੀ ਆਊਟਗੋਇੰਗ ਤੇ ਇਲਜ਼ਾਮ ਲੱਗੇ ਕੌਨਫਲਿਕਟ ਆਫ ਇੰਟਰਸਟ ਦੇ, ਬੇਨਾਮੀ ਉਹਨਾਂ ਦੀ ਸ਼ਮੂਲੀਅਤ ਦੇ ਕਿਸੇ ਸ਼ਰਾਬ ਦੇ ਵਪਾਰ ਦੇ ਵਿੱਚ, ਉਹਦੀ ਕੋਈ ਜਾਂਚ ਤੱਕ ਕਰਾਈ ਨਹੀਂ ਅਮਰਿੰਦਰ ਸਿੰਘ ਜੀ ਨੇ। ਕਿਸੇ ਤਰ੍ਹਾਂ ਦੀ ਅਕਾਊਂਟੇਬਿਲਿਟੀ ਫਿਕਸ ਨਹੀਂ ਕੀਤੀ। ਸੋ ਇਸ ਕਰਕੇ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਗੀ। ਔਰ ਜਿਹੜੇ ਪੁਲਿਸ ਨੂੰ, ਆਫਟਰ ਆਲ ਪੁਲਿਸ ਇਜ਼ ਕੰਪੀਟੈਂਟ ਇਨਫ ਟੂ ਫਾਈਂਡ ਐਨੀ ਇਨਵੈਸਟੀਗੇਟ ਐਨੀ ਕਰਪਸ਼ਨ ਡੀਲ ਔਰ ਬੇਨਾਮੀ ਡੀਲ, ਨਾ ਪੁਲਿਸ ਨੇ ਕੁਝ ਕੀਤਾ ਉਹਦੇ ਵਿੱਚ। ਤੇ ਜੇ ਦਿਨਕਰ ਗੁਪਤਾ ਕੋਈ ਪ੍ਰਾਪਤੀ ਨਹੀਂ ਦਿਖਾ ਸਕੇ ਪਿਛਲੇ 1 ਸਾਲ ਵਿੱਚ, ਤੇ ਫਿਰ ਉਹਨਾਂ ਨੂੰ ਸੁਪਰਸੀਡ ਕਰਕੇ ਜਿਹੜਾ ਬਣਾਇਆ ਗਿਆ, ਇਹਦਾ ਮਤਲਬ ਉਹਦੀ ਕੋਈ ਉਹਦੇ ਵਿੱਚ ਕੋਈ ਖਾਸੀਅਤ ਨਹੀਂ ਸੀਗੀ। ਸਿਮਿਲਰਲੀ ਹੁਣ IAS ਅਫਸਰਾਂ ਨੂੰ 5 ਨੂੰ ਸੁਪਰਸੀਡ ਕਰਕੇ ਚੀਫ ਸੈਕਟਰੀ ਚੁਣਿਆ ਗਿਆ, ਤਾਂ ਇਟ ਵਿਲ ਆਲਸੋ ਰਿਜ਼ਲਟ ਇਨ ਦੀ ਸੇਮ ਥਿੰਗ। ਅਲਟੀਮੇਟਲੀ ਅਫਸਰਸ਼ਾਹੀ ਵਿੱਚ ਹਾਰਟਬਰਨ ਤੇ ਡਿਮੋਰਲਾਈਜੇਸ਼ਨ ਦਾ ਇਫੈਕਟ ਆਵੇਗਾ।
ਤੇ ਜਿਹੜੇ ਉਦੋਂ ਵਿਧਾਇਕ ਬੋਲਦੇ ਸੀ ਤੇ ਰਾਜਾ ਵੜਿੰਗ ਜੀ ਸੀ, ਉਹਨਾਂ ਨੇ ਟਵੀਟ ਵੀ ਕੀਤਾ ਸੀ ਤੇ ਜਾਂ ਵਿੱਤ ਮੰਤਰੀ ਸੀ ਜਾਂ ਹੋਰ ਜਿਹੜੇ ਵਿਧਾਇਕ ਸੀ ਉਹ ਹੁਣ ਚੁੱਪ ਬੈਠੇ ਨੇ। ਦੇਖੋ ਉਹੀ ਮੈਂ ਕਹਿਣਾ ਚਾਹੁੰਦਾ ਵਾਂ ਕਿ ਅਸਲ ਵਿੱਚ ਵਿਧਾਇਕਾਂ ਦਾ ਤੇ ਮੰਤਰੀਆਂ ਦਾ ਇਹ ਰੌਲਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਅਫਸਰਸ਼ਾਹੀ ਦੇ ਉੱਤੇ ਜ਼ਿਆਦਾ ਨਿਰਭਰ ਨੇ, ਚੁਣੇ ਹੋਏ ਨੁਮਾਇੰਦਿਆਂ ਦੀ ਪਰਵਾਹ ਨਹੀਂ ਕਰਦੇ, ਉਹਨਾਂ ਦੀ ਨਿਰਾਦਰ ਹੁੰਦਾ ਵਾ। ਪਰ ਆ ਜਿਹੜਾ ਕਦਮ ਆ ਉਹਦੇ 'ਚ ਡੀਜੀਪੀ ਤੇ ਚੀਫ ਸੈਕਟਰੀ ਨੂੰ ਇੱਕ ਘਰ ਦੇ ਵਿੱਚ ਇਕੱਠਾ ਕਰਤਾ। ਇਹਦਾ ਮਤਲਬ ਉਹਨਾਂ ਨੇ ਬਿਊਰੋਕ੍ਰੇਸੀ ਨੂੰ ਹੋਰ ਮਜ਼ਬੂਤ ਕੀਤਾ ਵਾ, ਉਹਨਾਂ ਨੇ ਅਫਸਰਸ਼ਾਹੀ ਨੂੰ ਹੋਰ ਮਜ਼ਬੂਤ ਕੀਤਾ ਵਾ। ਔਰ ਜਿਹੜੇ ਅਫਸਰਾਂ ਦੇ ਖਿਲਾਫ ਇਲਜ਼ਾਮ ਲੱਗ ਰਹੇ ਸੀ ਉਹਨਾਂ ਦੀ ਕੋਈ ਜਾਂਚ ਨਹੀਂ ਹੋਣ ਦਿੱਤੀ। ਔਰ ਜਿਹੜਾ ਸ਼ਰਾਬ ਦਾ ਮਾਫੀਆ ਦੀ ਲੁੱਟ ਖਸੁੱਟ ਹੋਈ, ਜਿਹੜਾ ਕਿ ਗਵਰਨਮੈਂਟ ਆਪਣੇ ਸੋਰਸਿਸ ਮੁਤਾਬਕ ਮੰਨਦੀ ਆ ਕਿ ਪਿਛਲੇ 11 ਮਹੀਨਿਆਂ ਵਿੱਚ 1820 ਕਰੋੜ ਰੁਪਈਆ ਘਾਟਾ ਪਿਆ ਐਕਸਾਈਜ਼ ਦਾ, ਉਹਦੀ ਕੋਈ ਜਾਂਚ ਨਹੀਂ, ਉਹਦੀ ਕੋਈ ਅਕਾਊਂਟੇਬਿਲਿਟੀ ਨਹੀਂ। ਉਹ ਕਹਿੰਦੇ ਕਿ ਹੁਣ ਇਸ ਤੋਂ ਬਾਅਦ ਨਹੀਂ ਮੈਂ ਹੋਣ ਦਊਂਗਾ। ਇਹਦਾ ਮਤਲਬ ਜਿਹੜੇ 2000 ਕਰੋੜ ਰੁਪਈਆ ਤੁਹਾਡਾ ਲੁੱਟ ਕੇ ਲੈ ਗਏ ਪੰਜਾਬ ਦੇ ਖਜ਼ਾਨੇ ਦਾ, ਉਹਨਾਂ ਦੀ ਕੋਈ ਇਨਕੁਆਇਰੀ ਨਹੀਂ ਹੋਣੀ ਚਾਹੀਦੀ, ਕੋਈ ਜਾਂਚ ਨਹੀਂ ਹੋਣੀ ਚਾਹੀਦੀ। ਇਸ ਲਈ ਇਸ ਕਦਮ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਐਮਐਲਏਆਂ ਤੇ ਕਾਂਗਰਸ ਦੇ ਮੰਤਰੀਆਂ ਤੇ ਇੱਕ ਵਾਰ ਚਪੇੜ ਮਾਰੀ ਆ। ਇਹ ਹੁਣ ਫੈਸਲਾ ਉਹਨਾਂ ਨੇ ਕਰਨਾ ਕਿ ਅਸੀਂ ਉਸੇ ਤਨਖਾਹ ਤੇ ਕੰਮ ਕਰਨਾ ਜਾਂ ਪੰਜਾਬ ਦੇ ਹਿੱਤ ਦੀ ਗੱਲ ਉਠਾਉਣੀ। ਜਿਹੜੀ ਸਰਕਾਰ ਪਹਿਲਾਂ ਚੱਲਦੀ ਸੀ ਉਹ ਵੀ ਚੀਫ ਸੈਕਟਰੀ ਦੇ ਦਫ਼ਤਰੋਂ ਨਹੀਂ ਸੀ ਕਰਦੀ, ਸਰਕਾਰ ਚਲਾਉਣ ਵਾਲੇ ਹੋਰ ਅਧਿਕਾਰੀ ਸੀ, ਹੋਰ ਬੰਦੇ ਨੇ, ਉਹਦੇ ਬਾਰੇ ਵੀ ਵੱਡੇ ਸਵਾਲ। ਦੇਖੋ ਇੱਕ ਗੱਲ ਅੱਛੀ ਤਰ੍ਹਾਂ ਸਭ ਨੂੰ ਹੁਣ ਪਤਾ ਲੱਗ ਗਈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਕੋਟਰੀ ਰਾਹੀਂ ਸਰਕਾਰ ਚਲਾਉਂਦੇ ਨੇ, ਬਾਕੀ ਸਾਰੇ ਮੋਰੇ ਨੇ। ਔਰ ਉਹ ਕੋਟਰੀ ਜਿਹੜੀ ਆ ਉਹ ਬਹੁਤ ਪਾਵਰਫੁਲ ਆ। ਔਰ ਜਿਹੜੇ ਚੀਫ ਸੈਕਟਰੀ ਦਾ ਅਹੁਦਾ ਇਹ ਉਸ ਕੋਟਰੀ ਦੇ ਅਧੀਨ ਆ, ਉਹ ਕੋਟਰੀ ਤੋਂ ਬਾਹਰ ਨਹੀਂ ਗਾ। ਪਰ ਫਿਰ ਵੀ ਜਦੋਂ ਔਰ ਇਹ ਜਿਹੜੇ ਅਫਸਰ ਇਸ ਤਰ੍ਹਾਂ ਦੇ ਚੁਣ ਕੇ ਲਾਏ ਜਾਂਦੇ, ਸੁਪਰਸੀਡ ਕਰਕੇ ਲਾਏ ਜਾਂਦੇ, ਉਹ ਤਾਈਓ ਆ ਕਿ ਉਸ ਕੋਟਰੀ ਦਾ ਵਿਰੋਧ ਨਾ ਕਰ ਸਕਣ। ਉਹ ਸਾਡੇ ਚਲਾਈ ਹੋਈ ਜਿਹੜੀ ਪ੍ਰਣਾਲੀ ਆ ਕੋਟਰੀ, ਉਹਦੇ ਰਾਹੀਂ ਹੀ ਇਹ ਸਾਰੇ ਅਫਸਰ, ਕਿਸੇ ਆਜ਼ਾਦ ਵਿਚਾਰਾਂ ਵਾਲੇ ਅਫਸਰ ਨੂੰ ਡੀਜੀਪੀ ਲਾਉਣਾ ਤੇ ਕਿਸੇ ਇੰਡੀਪੈਂਡੈਂਟ ਥਾਟ ਪ੍ਰੋਸੈਸ ਵਾਲੇ ਨੂੰ ਚੀਫ ਸੈਕਟਰੀ ਲਾਉਣਾ, ਹੋ ਸਕਦਾ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਉਹ ਛੋਟੀ ਜੀ 4-5 ਬੰਦਿਆਂ ਦੀ ਕੋਟਰੀ ਨੂੰ ਚੁਣੌਤੀ ਦੇ ਸਕਦੇ ਸੀਗੇ। ਇਹ ਵੀ ਇੱਕ ਕਾਰਨ ਆ ਕਿ ਅਮਰਿੰਦਰ ਸਿੰਘ ਆਪਣੀ ਕੋਟਰੀ ਨੂੰ ਬਾਈਪਾਸ ਨਹੀਂ ਹੋਣ ਦੇਣਾ ਚਾਹੁੰਦੇ। ਇਸ ਵਿੱਚ ਜਿਹੜੇ ਇਲਜ਼ਾਮ ਕਾਂਗਰਸ ਤੇ ਲੱਗਦੇ ਸੀ ਪਰਿਵਾਰਵਾਦ ਦੇ, ਜਿੱਦਾਂ ਲੱਗਦਾ ਹੈ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੀ ਕੁਝ ਇਸ ਚੀਜ਼ ਨੂੰ ਦੇਖੋ ਅਫਸਰਸ਼ਾਹੀ ਵਿੱਚ ਪਰਿਵਾਰਵਾਦ ਦੀ ਗੱਲ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਗੱਲ ਮੈਂ ਉਠਾਈ ਆ ਕਿ ਜਦੋਂ ਚੀਫ ਸੈਕਟਰੀ ਤੇ ਡੀਜੀਪੀ ਇੱਕ ਘਰ ਵਿੱਚ ਰਹਿਣਗੇ, ਹਸਬੈਂਡ ਤੇ ਵਾਈਫ ਹੋਣਗੇ, ਚੀਫ ਸੈਕਟਰੀ ਡੀਜੀਪੀ ਦੀ ਪੁਲਿਸ ਵਰਕਿੰਗ ਦੇ ਉੱਤੇ ਕਿਸੇ ਵੀ ਗਲਤ ਐਕਟ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦੀ, ਕੋਈ ਆਪਣਾ ਰਿਮਾਰਕਸ ਤੇ ਕਮੈਂਟਸ ਦਰਜ ਨਹੀਂ ਕਰਵਾ ਸਕਣ। ਕਿਹੜੀ ਘਰ ਵਾਲੀ ਆ ਜਿਹੜੀ ਆਪਣੇ ਘਰ ਵਾਲੇ ਦਾ ਕੈਰੀਅਰ ਡਿਸਟਰੋਏ ਕਰੂਗੀ ਜਾਂ ਉਹਦੇ ਖਿਲਾਫ ਕੋਈ ACR ਲਿਖੇਗੀ ਭਾਵੇਂ ਕਿੱਡਾ ਹੀ ਕੋਈ ਗਲਤ ਕੰਮ ਕਰ ਲੇ। ਸੋ ਦਿਸ ਇਜ਼ ਟੂ ਥਿੰਗਸ, one it's conflict of interest and other it is clash of interest, ਕਿਉਂਕਿ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਆ ਉਹਦੇ ਕੋਲ ਮੈਜਿਸਟਰੀਅਲ ਪਾਵਰਸ ਆ, ਉਹਨਾਂ ਨੇ ਪੁਲਿਸ ਦੀ ਨਿਗਰਾਨੀ ਕਰਨੀ, ਉਹਦੇ ਉੱਤੇ ਧਿਆਨ ਰੱਖਣਾ ਕਿ ਪੁਲਿਸ ਕੋਈ ਕੰਮ ਗਲਤ ਤਾਂ ਨਹੀਂ ਕਰ ਰਹੀ। ਤੇ ਇਹ ਤਾਂ ਹੁਣ ਉੱਥੇ ਰੱਖ ਕੇ ਇਕੱਠੇ ਘਰ ਦੇ ਵਿੱਚ ਤੇ ਉਹ ਆਈ ਥਿੰਕ ਉਹ ਦੈਟਸ ਕਾਲਡ ਕੁਇਡ ਪ੍ਰੋ ਕੁਆ, ਤੇ ਤੁਸੀਂ ਮੇਰੀ ਪਿੱਠ ਰਗੜੀ ਚੱਲੋ ਤੇ ਮੈਂ ਤੁਹਾਡੀ ਪਿੱਠ ਖੁਰਕੀ ਜਾਣਾ, ਯੂ ਸਕ੍ਰੈਚ ਮਾਈ ਬੈਕ, ਆਈ ਵਿਲ ਸਕ੍ਰੈਚ ਯੋਰ ਬੈਕ, ਵੀ ਬੋਥ ਆਰ ਹੈਪੀ and therefore nothing will come out of this entire process. सर एक सवाल है क्या 31 जून को महाराजा रणजीत सिंह की बरसी आई तो पाकिस्तान करतारपुर जाकर खोलन नहीं किया ਕਰਤਾਰਪੁਰ ਸਾਹਿਬ ਦਾ खोलन ਕਰ ਦੇਣੀ ਚਾਹੀਦੀ ਆ। ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਬਣਿਆ ਵਾ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਬਣਿਆ ਸੀਗਾ। ਕਰੋਨਾ ਨੂੰ ਮੱਦੇਨਜ਼ਰ ਰੱਖ ਕੇ ਇਸ ਕੋਰੀਡੋਰ ਨੂੰ ਥੋੜ੍ਹੇ ਸਮੇਂ ਲਈ ਬੰਦ ਕੀਤਾ ਗਿਆ ਸੀਗਾ, ਜਦ ਬਾਕੀ ਸਭ ਕੁਝ ਖੁੱਲ੍ਹ ਗਿਆ ਵਾ, ਜਦ ਮਾਲਸ ਖੋਲ੍ਹ ਦਿੱਤੇ ਨੇ, ਹੋਟੇਲਸ ਖੋਲ੍ਹ ਦਿੱਤੇ ਨੇ, ਰੈਸਟੋਰੈਂਟਸ ਖੋਲ੍ਹ ਦਿੱਤੇ ਨੇ, ਸਾਰਾ ਕੁਝ ਖੋਲ੍ਹਤਾ ਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਮਹਾਰਾਜਾ ਰਣਜੀਤ ਸਿੰਘ ਦੇ ਉਸ ਪਵਿੱਤਰ ਦਿਹਾੜੇ ਨੂੰ ਮੱਦੇਨਜ਼ਰ ਰੱਖਦੇ ਖੁੱਲ੍ਹਣਾ ਚਾਹੀਦਾ ਵਾ। ਔਰ ਉੱਥੇ ਤਾਂ ਬੜੇ ਆਰਾਮ ਦੇ ਨਾਲ ਸਭ ਨੂੰ ਥਰਮਲ ਸਕਰੀਨਿੰਗ, ਸਾਰੇ ਵਿਜ਼ਿਟਰਸ ਦੀ ਪ੍ਰੋਪਰ ਸੈਨੀਟਾਈਜੇਸ਼ਨ ਇਨਸ਼ੋਰ ਕੀਤੀ ਜਾ ਸਕਦੀ, ਕਿਉਂਕਿ ਗਿਣਤੀ ਬਹੁਤ ਜ਼ਿਆਦਾ ਨਹੀਂ ਗੀ। ਪੰਜਾਬ ਦੇ ਲੋਕ ਡਰਦੇ ਨੇ, ਆਪਣਾ ਪਾਸਪੋਰਟ ਵਾਲੀ ਸ਼ਰਤ ਨੂੰ ਮੱਦੇਨਜ਼ਰ ਰੱਖਦੇ ਥੋੜ੍ਹੇ ਸ਼ਰਧਾਲੂ ਜਾਂਦੇ ਨੇ। ਔਰ ਦੂਜਾ ਕਿ ਪੰਜਾਬ ਸਰਕਾਰ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਇਲਸਟੋਰੀਅਸ ਰਾਜ ਸੀ ਜਿਹੜਾ, ਇੱਕ ਉਸ ਵਕਤ ਦਾ ਇੱਕ ਸੁਨਹਿਰੀ ਪੀਰੀਅਡ, ਗੋਲਡਨ ਪੀਰੀਅਡ ਇਨ ਦੀ ਹਿਸਟਰੀ ਆਫ ਪੰਜਾਬ, ਉਸ ਨੂੰ ਹੋਰ ਤਰਜੀਹ ਦੇ ਕੇ ਉਹਨਾਂ ਵੱਲੋਂ ਕੀਤਾ ਗਿਆ ਰਾਜ ਤੇ ਜਿਹੜਾ ਉਸ ਵਕਤ ਦਾ
ਸਟਾਰ ਪੁਆਇੰਟ ਸੀ ਉਹਨਾਂ ਨੂੰ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਤੇ ਬੱਚਿਆਂ ਦੇ ਐਜੂਕੇਸ਼ਨ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ। ਅਗਰ ਫਰਾਂਸ ਉਸ ਵਕਤ ਦੇ ਜਨਰਲ ਆਪਣੇ ਦੀ ਫਰਾਂਸ ਦੇ ਵਿੱਚ ਬਸਟ ਲਾ ਸਕਦੀ ਹੈ, ਜਨਰਲ ਅਲਾਰਡ ਦਾ ਔਰ ਮਹਾਰਾਜਾ ਰਣਜੀਤ ਸਿੰਘ ਦਾ ਬਸਟ ਲੱਗਿਆ ਫਰਾਂਸ ਦੇ ਵਿੱਚ, ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਬਸਟ, ਇੱਕ ਉਹਨਾਂ ਦੀ ਮੈਮਰੀ ਯਾਦਗਾਰ ਦੀ ਸ਼ਕਲ ਵਿੱਚ ਵਿਧਾਨ ਸਭਾ ਦੇ ਅੰਦਰ ਲੱਗਣਾ ਚਾਹੀਦਾ, ਸਟੈਚੂ ਉਹਨਾਂ ਦਾ ਅੱਛਾ। ਤੇ ਪੰਜਾਬ ਦੇ ਆਉਣ ਵਾਲੀ ਜਿਹੜੀਆਂ ਸਾਡੀਆਂ ਜਨਰੇਸ਼ਨਸ ਆ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਐਜੂਕੇਸ਼ਨ ਦੇ ਵਿੱਚ ਉਹਨਾਂ ਦਾ ਬਕਾਇਦਾ ਤੌਰ ਤੇ ਇੱਕ ਸਬਜੈਕਟ ਬਣਾ ਕੇ ਪੜ੍ਹਾਇਆ ਜਾਣਾ ਚਾਹੀਦਾ, ਇਤਿਹਾਸ ਬਾਰੇ। ਸਰ ਹੁਣ ਤੱਕ ਕਿਸੇ ਸਿਆਸੀ ਪਾਰਟੀ ਨੇ ਤੁਹਾਡੇ ਨਾਲ ਅਪਰੋਚ ਕੀਤਾ ਹੈ, ਚਾਹੇ ਟਕਸਾਲੀ ਹੋਣ, ਇੱਕ ਨਵੀਂ ਪਾਰਟੀ ਆਈ ਹੈ ਸ਼੍ਰੀ ਪੰਜਾਬ ਵਿਕਾਸ ਪਾਰਟੀ, ਤੁਹਾਡੇ ਤੇ ਕਿਸੇ ਨੇ approach ਇਹ ਗੱਲਾਂ ਆਲਰੇਡੀ ਸਾਡੀਆਂ ਚੱਲ ਰਹੀਆਂ ਨੇ, ਗੈਰ ਰਸਮੀ ਨੇ, ਬਹੁਤ ਕੁਝ ਇਹਦੇ ਬਾਰੇ ਮੈਂ ਹਾਲੇ ਡਿਸਕਲੋਜ਼ ਨਹੀਂ ਕਰ ਸਕਦਾ। ਸਮਾਂ ਆਉਣ ਦੇ ਉੱਤੇ ਇਸ ਬਾਰੇ ਜ਼ਰੂਰ ਦੱਸਿਆ ਜਾਵੇਗਾ।